वाणी कहे सेवक जन मानै, परतख गुरु निस्तारे। बाणी बिरलो विचारसी, जे को गुरमुख होए। एह बाणी महापुरख की, निज घर वासा होए। श्री वाहिगुरु जी। मलार एक ओंकार सतगुर प्रसाद, मिलत प्यारो प्राणनाथ। कवन भगत ते साध संगत पाई, परम गते रहाओ। मैले कपरे कहा लो धोवो, आवेगी नींद कहा लग सोवो। जोई जोई जोरियो, सोई सोई फाटियो। झूठे बनज उठ ही गई हाटियो। कहो रवदास भयो जब लेखो, जोई जोई कीनो सोई सोई देखियो। कहो रवदास भयो जब लेखो, जोई जोई कीनो सोई सोई देखियो। वाहिगुरु जी का खालसा, वाहिगुरु जी की फतेह। यह मुबारक शब्द मलाहर राग अंदर भगत रविदास जी वालों उचारण किया होया है। इस शब्द की विचार आप जी नूं सरवण करवाउणगे सिंह साहिब ज्ञानी रणजीत सिंह जी, हैड ग्रंथी साहिबान गुरुद्वारा श्री बंगला साहिब। आप जी प्रेम सहित विचारा सरवण करो जी। वाहिगुरु जी का खालसा, वाहिगुरु जी की फतेह।
ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਬੇਸ਼ੁਮਾਰ ਅਥਾਹ ਅਗਨਤ ਅਤੁਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਗੁਰੂ ਸਵਾਰੇ ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜਿਸ ਡਿਠੈ ਸਭ ਦੁੱਖ ਜਾਏ, ਇਹਨਾਂ ਅਜ਼ਮਤਾਂ ਵਡਿਆਈਆਂ ਦੇ ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਜਾਂ ਸਮੇਂ ਦੀ ਨਜ਼ਾਕਤ ਨੂੰ ਮੁੱਖ ਰੱਖ ਕੇ, ਸਮੇਂ ਦੀ ਲੋੜ ਨੂੰ ਮੁੱਖ ਰੱਖ ਕੇ ਆਪਣੇ ਘਰਾਂ ਵਿੱਚ ਬੈਠੇ ਹੋਏ ਮਨ ਕਰਕੇ, ਸੁਰਤੀ ਕਰਕੇ ਹਾਜ਼ਰੀਆਂ ਲਵਾ ਰਹੇ ਹੋ। ਆਪਣੇ ਲੋਕ ਪਰਲੋਕ ਦੇ ਸੁਖ ਦਾਤੇ ਸਤਿਗੁਰੂ, ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਪਰਸਨਾ ਕੀਤੇ ਹਨ। ਸਤਿਗੁਰੂ ਜੀ ਦੀ ਬਾਣੀ ਦਾ ਇਹ ਫੈਸਲਾ ਹੈ ਕਿ ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਗੁਰੂ ਦੇ ਦੀਦਾਰ ਕੀਤਿਆਂ ਜਨਮਾਂ ਜਨਮਾਂਤਰਾਂ ਦੇ ਦੁੱਖ ਚਲੇ ਜਾਂਦੇ ਨੇ। ਸੱਚੇ ਪਾਤਸ਼ਾਹ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ, ਜਿੱਥੇ ਆਪਾਂ ਹਾਜ਼ਰੀਆਂ ਭਰ ਰਹੇ ਹਾਂ ਜਾਂ ਜਿਸ ਅਸਥਾਨ ਦੇ ਘਰੋਂ ਬੈਠ ਕੇ ਦੀਦਾਰ ਕਰ ਰਹੇ ਹਾਂ, ਉਸ ਸੱਚੇ ਪਾਤਸ਼ਾਹ ਦੀ ਮਹਿਮਾ ਦੇ ਵਿੱਚ, ਵਡਿਆਈ ਦੇ ਵਿੱਚ ਗੁਰੂ ਕਲਗੀਧਰ ਪਿਤਾ ਜੀ ਦੇ ਇਹ ਬਚਨ ਕਿ ਸ਼੍ਰੀ ਹਰਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁੱਖ ਜਾਏ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰਸ਼ਨ ਕੀਤਿਆਂ ਸਾਰੇ ਦੁੱਖਾਂ ਦੀ ਨਿਵਰਤੀ ਹੁੰਦੀ ਹੈ। ਇਹ ਬਹੁਤ ਵੱਡਾ ਸਾਡਾ ਵਿਸ਼ਵਾਸ ਹੈ। ਸੋ ਮਹਾਰਾਜ ਸਾਰਿਆਂ ਦੀਆਂ ਹਾਜ਼ਰੀਆਂ ਲਵਾਉਣ, ਸਾਰਿਆਂ ਦੇ ਪਰਿਵਾਰਾਂ ਵਿੱਚ, ਕਾਰੋਬਾਰਾਂ ਵਿੱਚ ਸਤਿਗੁਰੂ
ਕਿਰਪਾ ਕਰਨ। ਅੱਜ ਸਮੇਂ ਦੀ ਬਹੁਤ ਵੱਡੀ ਲੋੜ ਹੈ ਕਿ ਆਪਾਂ ਪਾਠ ਕਰੀਏ, ਅਰਦਾਸ ਕਰੀਏ। ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਕੀ ਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਦਾ। ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ, ਰਸਨਾ ਪਵਿੱਤਰ ਕਰ ਦੇ ਇੱਕ ਵਾਰ, ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ। ਇਹ ਪਾਵਨ ਸ਼ਬਦ ਜਿਸ ਦਾ ਪਾਠ ਆਪ ਜੀ ਨੇ ਭਾਈ ਜੋਗਿੰਦਰ ਸਿੰਘ ਪਾਰਸ ਹੋਰਾਂ ਪਾਸੋਂ ਸਰਵਣ ਕੀਤਾ ਹੈ। ਮਲਾਰ ਰਾਗ ਅੰਦਰ ਭਗਤ ਬਾਣੀ ਵਿੱਚ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 1293 ਅੰਗ ਤੇ ਦਰਜ ਹੈ। ਇਸ ਰਾਗ ਦਾ ਵੀ ਇਹ ਆਖਰੀ ਸ਼ਬਦ ਹੈ ਔਰ ਭਗਤ ਬਾਣੀ ਵਿੱਚ ਵੀ ਇਹ ਆਖਰੀ ਸ਼ਬਦ ਹੈ। ਇਸ ਤੋਂ ਅੱਗੇ ਅਗਲਾ ਰਾਗ ਸ਼ੁਰੂ ਹੋਏਗਾ। ਇਸ ਸ਼ਬਦ ਦੇ ਸਰਲੇਖ ਵਿੱਚ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਨੇ ਮੰਗਲ ਦਰਜ ਕੀਤਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। परमात्मा एक है, एक होके भी वो किसी एक थां ते नहीं है, वो सारियां थावां ते है। और मेरा ख्याल है कि अज इस तो वड्डा होर की प्रमाण हो सकता है कि चाइना वाले तो रब नूं मनदे नहीं, खराबी उन्हां लोकां दी है जिन्हां दा रब ही नहीं है। उत्थे इस आपदा दा जन्म होया है, पर फिर पता नहीं समझ आई कि मुसलमानां दा अल्लाह किवें रुस गया है, ईसाइयां दा गॉड किवें रुस गया है, हिंदुआं दा हरि राम किवें गुस्से विच हो गया है। ना ये समझ आउंदी भी सिखां दे वाहिगुरू नूं किस गल दी नाराजगी है साडे नाल। कि खराबी उन्हां कीती जिन्हां दा रब ही कोई नहीं हैगा। तो फिर ये वखरे वखरे रब जिहड़े सी उन्हां नूं नाराज होण दी की लोड़ सी। ये जिहड़ी असीं देखो ये वंड नास्तिक लोगों ने नहीं पाई। हुण जिहड़ा बंदा रब नूं मनदा ही नहीं, असीं कहिए जी वो 4 रब मनदा है, इस तो वड्डा की झूठ हो सकता है। वो तो मनदा ही नहीं। जिहड़े चाइना वाले ने वो ना तो गॉड नूं मनण, ना अल्लाह नूं, ना हरि राम नूं मनण, ना वो वाहिगुरू नूं मनण, वो तो किसी नूं नहीं मनदे भाई। ये वंड असीं पाई है जिहड़े रब नूं मनण दा असीं दावा करते हैं। तो फिर जे मुसलमानां दी गलती है तो मुसलमानां दा रब नाराज होना चाहिए, सिखां दा क्यों हो गया? जे सिखां दी गलती है तो फिर हिंदुआं दा रब क्यों नाराज होया फिरदा है? इहदा अर्थ यह है कि जिहड़े रब नूं नहीं मनदे, रब उन्हां दा भी हैगा है। ना मनण नूं की है?
ਬਿੱਲੀ ਸਾਹਮਣੇ ਆ ਜਾਏ, ਕਬੂਤਰ ਅੱਖਾਂ ਬੰਦ ਕਰ ਲਵੇ ਤੇ ਇਹਦਾ ਅਰਥ ਇਹ ਤੇ ਨਹੀਂ ਕਿ ਬਿੱਲੀ ਹੈ ਹੀ ਨਹੀਂ ਹੈ। ਬਿੱਲੀ ਦੀ ਝਪਟ ਤੋਂ ਉਹ ਬਚ ਨਹੀਂ ਸਕਦਾ। ਬਿੱਲੀ ਦੀ ਹੋਂਦ ਖਤਮ ਨਹੀਂ ਹੋ ਸਕਦੀ। ਰੱਬ ਇੱਕ ਸ਼ਕਤੀ ਹੈ, ਰੱਬ ਇੱਕ ਫੇਥ ਹੈ, ਵਿਸ਼ਵਾਸ ਹੈ, ਉਹ ਨਿਰਾ ਆਕਾਰ ਹੈ। ਉਹ ਤਾਂ ਨਮੋ ਸਰਬ ਦੇਸ਼ ਹੈ, ਨਮੋ ਸਰਬ ਭੇਸ ਹੈ, ਉਹ ਤਾਂ ਹਰ ਪਹਿਰਾਵੇ ਵਿੱਚ ਹੈ। ਮੈਂ ਇੱਕ ਦਿਨ ਪਹਿਲਾਂ ਵੀ ਬੋਲਿਆ, ਕਈਆਂ ਨੇ ਬੜਾ ਗੁੱਸਾ ਕੀਤਾ ਉਸ ਗੱਲ ਦਾ, ਕਿਉਂਕਿ ਸਾਨੂੰ ਗੁੱਸੇ ਤੋਂ ਇਲਾਵਾ ਆਉਂਦਾ ਵੀ ਕੀ ਹੈ? ਨਾ ਸਾਨੂੰ ਗਿਆਨ ਆਉਂਦਾ ਹੈ, ਨਾ ਸਾਨੂੰ ਸਮਝ ਆਉਂਦੀ ਹੈ। ਅੱਜ ਵਾਲਾ ਸ਼ਬਦ ਸਾਨੂੰ ਬਹੁਤ ਝੰਜੋੜੇਗਾ, ਬਹੁਤ ਝੰਜੋੜੇਗਾ, ਕਿਉਂਕਿ ਅੱਜ ਦੇ ਸ਼ਬਦ ਵਿੱਚ ਸਾਰੀ ਮਹਾਨਤਾ ਸੰਗਤ ਦੀ ਹੈ। ਤੇ ਇੱਥੇ ਕਈ ਉਹ ਵੀ ਹੋਣਗੇ ਜਿਹੜੇ ਕਹਿਣਗੇ ਗਿਆਨੀ ਜੀ ਅਸੀਂ ਤੇ ਕਰਦੇ ਹਾਂ, ਪਰ ਉਹਨਾਂ ਨੇ ਸੰਗਤ ਵੀ ਆਪਣੀ ਬਣਾ ਲਈ, ਉਹ ਦੂਜੀ ਸੰਗਤ ਨਹੀਂ ਕਰਦੇ। ਸਭ ਦੀ ਆਪਣੀ ਆਪਣੀ ਸੰਗਤ ਹੈ। ਇੱਥੇ ਬੰਗਲਾ ਸਾਹਿਬ ਸਭ ਨੇ ਆਪਣੀ ਆਪਣੀ ਸੰਗਤ ਬਣਾਉਣ ਦੀ ਕੋਸ਼ਿਸ਼ ਕਰ ਲਈ। ਕੋਈ ਰਾਤ ਨੂੰ 2 ਵਜੇ ਆਉਂਦੇ ਨੇ, ਉਹਨਾਂ ਦੀ ਆਪਣੀ ਸੰਗਤ ਹੈ। ਕੋਈ ਰਾਤ ਨੂੰ 9 ਵਜੇ ਆਉਂਦੇ ਨੇ, ਉਹਨਾਂ ਦੀ ਆਪਣੀ ਸੰਗਤ ਹੈ। ਮੈਂ ਤੇ ਗੁਰਦੁਆਰੇ ਵਿੱਚ ਵੀ ਵੇਖਿਆ, ਹੁਣ ਵੀ ਸਵੇਰੇ ਜਦੋਂ ਮੈਂ ਆ ਕੇ ਮੱਥਾ ਟੇਕਿਆ, ਇੱਕ ਸੱਜਣ ਸੁਖ ਆਸਣ ਦੇ ਬੂਹੇ ਦੇ ਅੱਗੇ ਉਧਰ ਨੂੰ ਮੂੰਹ ਕਰਕੇ ਪਾਠ ਕਰ ਰਿਹਾ। ਇਹ ਤੇ ਇਦਾਂ ਦੀ ਗੱਲ ਹੋ ਗਈ ਵੀ ਬਾਪੂ ਭਾਵੇਂ ਡਰਾਇੰਗ ਰੂਮ 'ਚ ਬਵੇ, ਮੈਂ ਤੇ ਉਹਦੇ ਬੈਡਰੂਮ ਦੇ ਬੂਹੇ ਅੱਗੇ ਜਾ ਕੇ ਬਹਿ ਕੇ ਪਾਠ ਕਰਨਾ ਹੈ। ਇਹ ਦਰਬਾਰ ਵੀ ਉਹਦਾ ਹੀ ਹੈ, ਸੁਖ ਆਸਣ ਵੀ ਉਹਦਾ ਹੀ ਹੈ। ਹੁਣ ਜਦੋਂ ਉਹ ਆਪ ਆ ਕੇ ਦਰਬਾਰ ਵਿੱਚ ਬਹਿ ਗਿਆ ਤਾਂ ਫਿਰ ਤਾਂ ਅਕਲ ਕੰਮ ਕਰਦੀ ਹੈ ਨਾ, ਵੀ ਆਪਾਂ ਜਿੱਥੇ ਸੱਚੇ ਪਾਤਸ਼ਾਹ ਦਰਬਾਰ ਲਾ ਕੇ ਬੈਠਾ ਸੀ, ਜਿਸ ਪਾਸ ਬੈਠਿਆਂ ਸੋਹੀ ਹੈ, ਅਸੀਂ ਉਸ ਮਰਿਆਦਾ ਦਾ ਪਾਲਣ ਕਰੀਏ। ਇਹ ਨਹੀਂ ਕਿ ਅਸੀਂ ਧਰਮ ਕਰਮ ਕਰਦੇ ਨਹੀਂ, ਕਰਦੇ ਆ, ਪਰ ਕਰਦੇ ਆਪਣੀ ਮਤ ਮੁਤਾਬਕ। ਅਸੀਂ ਬੜੀਆਂ ਸਾਰੀਆਂ ਗੱਲਾਂ ਸਿੱਖ ਲਈਆਂ ਨੇ। ਅਸੀਂ ਰੱਬ ਦੇ ਬੱਚੇ ਹਾਂ ਜੀ, ਸਾਨੂੰ ਸਭ ਕੁਝ ਮੰਗਣ ਦਾ ਹੱਕ ਹੈ ਜੀ। ਬਿਲਕੁਲ ਹੱਕ ਹੈ ਭਾਈ, ਬਾਰਕ ਵਾਂਗੀ ਹੋ ਸਭ ਕੁਛ ਮੰਗਾ। ਪਰ ਮੰਗਣ ਦਾ ਹੱਕ ਦਾ ਅਗਲਾ ਪਾਠ ਵੀ ਤੇ ਪੜੋ ਨਾ। ਅਗਲਾ ਪਾਠ ਇਹ ਹੈ ਕਿ ਅਕਬਰ ਬਾਦਸ਼ਾਹ ਤਿਆਰ ਹੋਇਆ ਤੇ ਤੁਰਨ ਲੱਗਿਆ। ਅੱਗੋਂ ਉਹਦਾ ਪੁੱਤਰ ਆ ਗਿਆ। ਬਾਦਸ਼ਾਹ ਉਹਦੀ ਗੱਲ ਸੁਣਨ ਲੱਗ ਗਿਆ। ਗੱਲ ਲੰਬੀ ਹੋ ਗਈ। ਬੀਰਬਲ ਨੇ ਕਿਹਾ, ਜਾਂਪਣਾ ਆਪਾਂ ਬੜੀ ਦੂਰ ਜਾਣਾ ਹੈ, ਸਮਾਂ ਘੱਟ ਹੈ, ਆਪਾਂ ਨੂੰ ਚੱਲਣਾ ਚਾਹੀਦਾ ਹੈ। ਬਾਦਸ਼ਾਹ ਅਕਬਰ ਕਹਿਣ ਲੱਗਾ, ਬੀਰਬਲ ਬੱਚਾ ਹੈ, ਗੱਲ ਕਰ ਰਿਹਾ ਹੈ, ਉਹਦੀ ਗੱਲ ਅਜੇ ਪੂਰੀ ਨਹੀਂ ਹੋਈ, ਉਹ ਕੁਝ ਮੰਗ ਰਿਹਾ ਹੈ। ਤੇ ਬੀਰਬਲ ਕਹਿੰਦਾ ਵੀ ਜੋ ਮੰਗੇਗਾ ਦੇ ਦਿਓਗੇ? ਕਹਿਣ ਲੱਗਾ, ਹਾਂ। ਕਿਉਂ? ਮੈਂ ਚੱਕਰਵਰਤੀ ਰਾਜਾ ਹਾਂ, ਮੇਰੇ ਕੋਲ ਕੀ ਨਹੀਂ ਹੈ, ਜੋ ਮੰਗੇਗਾ ਦਿਆਂਗਾ। ਇਹ ਗੱਲ ਸਤਿਗੁਰੂ ਦੀ ਬਾਣੀ ਨੇ ਵੀ ਸਾਨੂੰ ਦ੍ਰਿੜ ਕਰਾਈ ਹੈ ਕਿ ਬਾਰਕ ਮੁਖ ਮੰਗੈ ਸੋ ਦੇਣਾ। ਪਿਤਾ ਕਿਰਪਾਲ ਆਗਿਆ ਇਹ ਕੀਨੀ। ਇਹ ਰੱਬ ਨੇ ਵੀ ਆਗਿਆ ਕੀਤੀ ਹੋਈ ਹੈ ਕਿ ਮੇਰੇ ਬੱਚੇ ਤੂੰ ਜੋ ਮੰਗੇਗਾ ਮੈਂ ਤੈਨੂੰ ਦਿਆਂਗਾ। तू जो मंगेगा।
हुण अकबर कहन लगा भी मैं क्यों नहीं दे सकदा, मैं देंगा। बीरबल कहन लगा कि जे ये हाथी मंगेगा तो दे दोगे? कहन लगा दे देंगा। मेरे घर में कोई घाटा थोड़ा है, मेरे घर में हाथियों की कोई तोट है, हाथियों की फौज है मेरे को। कहन लगा कि जे ये कहे कि मैं हाथी लेना है, कहन लगा दे देंगा। जे कहे भी मैं कुजे च पा के लेना है, तो बादशाह कहन लगा ये नहीं दे सकता, कुजे च मैं हाथी किवें पा के दे सकदा। देखो साडी हालत होगी ये होना। रब दे उन्हां बख्शे होए बचनां नूं मेरा ख्याल है कि जिन्ना असी मिसयूज करते हैं कोई भी नहीं करता। तुसी हाथी मंगो मिल जाएगा, पर तुसी ये क्यों कहने भी कुजे च पा के दियो जी। मैं चाहना मेरी तरक्की होवे पर मेरी मर्जी मुताबिक होवे। मैं चाहना मैं अमीर होवां पर मैं अपनी मर्जी मुताबिक होवां। मैं चाहना मेरी दुनिया च मान प्रतिष्ठा होवे, पर मैं ये भी चाहना भी वो मेरे ढंग तरीके दी होवे। अज जिहड़ा मनुखता दा दुखांत है वो इहो ही है कि दुनिया दे विच कोई बाप है जिहड़ा कदे अपनी संतान नूं, अपने बच्चों नूं वधदियां फुलदियां वेख के सड़दा होवे, ईरखा करदा होवे, वैर विरोध करदा होवे, उन्हां नूं पसंद ना करदा होवे, खुश ना हुंदा होवे उन्हां तो? कदे हो सकदा है? पर जे पिता नूं ये पता होवे भी इन्हां दीयां खुशियां ते जिहड़ियां ने छिण भंगर ने, मैनू याद है जदों छोटे हुंदे आ पतंग उडाउणी, ते मां प्यो का इको ही डर हुंदा सी पहला कि पुत्र डोर नाल तेरा हाथ कट जाएगा। चलो उहदा हल कढ़ लिया, वो चमड़े की एक खोल जी बना के उंगली ते चाढ़ लैनी, दूसरा फिर डर हुंदा सी जदों कोठे चढ़ जाना, कहना पुत तू डिग पेगा, ध्यान तेरा पतंग विच होना है, तू पिछां मुड़दिया मुड़दिया कोठे तो थले डिग पेगा। उदों किहड़े कोठियां दे बहुते बनेरे उच्चे हुंदे सी। चलो वो भी कहना, पिछे मंजी रख लैनी जिस पासे पिठ हुंदी सी। उस तो भी खतरनाक हुंदा सी कि जदों पतंग किसी दी टुट के आउंदी सी, कट के आउंदी सी, तो मेरा ख्याल है भी जुआरियां नालों भी बुरा हाल हुंदा है बच्चों का। वो पतंग की डोर जरूर लुटनी है, वो पतंग जरूर फड़नी है। तो फिर एक कोठे तो दूजे कोठे ते छाल मारदे थले डिगना, लत्तां तड़ा लैणियां। मां बाप तुहाडी पतंग तो औखा नहीं है, वो तुहाडी उंगली कट जाण तो औखा है, तुहाडियां लत्तां टुट जाण तो औखा है, तुहाडे डिग के धौण तड़ाउण तो औखा है। भाई अज रब ने की नहीं दिता, पर जे अज दियां लेटेस्ट सारियां ये गल्लां इकट्ठियां कर लियां जाण, ते जिस ज्ञान विज्ञान की अज मनुख शादी भरदा है, जिस ज्ञान विज्ञान के सिर ते मनुख अपने आप को थापड़दा है, अपने आप को चंगा ते वड्डा कहण दी कोशिश करदा है कि सारा सिड़ी सियापा इसे दा नहीं है। ये 1999 में किताब आई है, दो जरनैलों ने किताब लिखी है कि अमेरिका नूं क्रश किवें कीता जा सकता है, जीवाणु हमला किया जा सकता है। ये गल्लां 21 साल पुरानियां ने।
और जे गल्लां ठीक ने कि WHO ਨੂੰ 31 ਦਸੰਬਰ ਨੂੰ पता लग गया सी, निकल आउणियां ने, गल्लां रुकणियां नहीं है, तो फिर ये भी गल ठीक होएगी भी अमेरिका की आर्मी ने ये सारा कुछ क्रश किया, नहीं तो पता नहीं चाइना की कुछ कर दिंदा। और ये सारे का दोष कित्थे है? मैं ताई बेनती की भी अज दे शब्द ने कईयां दे गोडियां गिटियां ते ना थोड़ी थोड़ी सोटी मारनी है, तो सानू रोस बड़ा होना है भी ये की है। मैं फिर वापस चले जावा, इन्ने रब किन्ना ने मन्ने ने? नास्तिक लोगों ने मन्ने ने भी इन्ने रब हुंदे ने, वो तो रब मनदे ही नहीं। वो तो पहले रब नूं ही नहीं मानते, दूजे रब का तो मतलब ही कोई नहीं, वो तो कहते रब है ही नहीं। रब मनण वाले हो तुसी इन्ने रब मान लै, पर इन्ने रब है नहीं। इन्ने रब हुंदे ते अज थोड़ा जिहा फर्क हुंदा, मुसलमानां दे मुल्कां दा फर्क हुंदा, हिंदुआं दे मुल्कां दा फर्क हुंदा, अंग्रेज़ां दे मुल्कां दा फर्क हुंदा, जिहड़े नहीं मनदे उन्हां दे मुल्कां दी त्रासदी होर तरह दी हुंदी। पर अज तो सारियां दी त्रासदी बराबर है, इको जी है। इहदा अर्थ है कि रब एक है, एक ओंकार, रब एक है पर एक थां ते नहीं है, वो सारियां थावां ते है। ये सारी धरती रब दी है, कबीर धरती साध की। ये धर्मी लोगों की धरती सी, तस्कर बैठे गाहे चोरां ने कब्जा कर लिया, बेईमान आदमी आके बह गए ने, धोखेबाज लोगों ने धरती वंड लई है, मल लई है, हरनाकश वाला रूप धारण कर लिया है कि हमारी भूम कौन घाले पैर, मेरी धरती है, रख पैर कहंदा। असी आम जिमींदारां दे विच संसारियां विच सुनदे नहीं कि घर विच, मैं तो अपने सखे संबंधियां रिश्तेदारां नेड़े दे लोकां दे विच वेखिया कि घर की वंड की है, तो घर की जिहड़ी वंड की दीवार है उहदी इट रखण तो बंदा वढ देता है। सिर्फ 4 उंगल का झगड़ा है। सियाणियां ने कहा भी है कि तुसी इदां करो, 9 इंची कंध कढ लो, 4 इंच इधर हो जाएगी, 4.5 4.5 इधर हो जाएगी, उतों भी लड़ पे। तो पता सारियां नूं है भी ये जमीनां इत्थे रह जाणियां ने, असीं गांह चले जाना है। एक वारी बंदे रस्ते ते मिट्टी पाउण तो लड़ पे, मैं भी उहदे विच इनवॉल्व सी, उस नूं रोकण विच, उहनूं मकाउण विच। और अज तक मैं कहना कि जिन्नी मिट्टी तुसी सिर च पाई उन्नी ते राह ते नहीं पई। मिट्टी राह ते पाउणी सी, लड़ पे, वो सारी सिर च पा ली अपने, वो झाड़ा हो गया पूरे घर का, मरन मारन ते चले गए। एडी सोहनी धरती अज हर बंदा कह रहा है कि पौंड साफ हो गई है, आकाश साफ हो गया है, पंछी बड़े खुश ने, गीत गाउंदे ने। पर बंदे सारा कुछ दोष तेरे करके होया सी, ये अज साबित हो गया तेरे अंदर वड़न करके, तेरे रुकण करके। तेरी आज़ादी जिहड़ी सी, जिन्हों तू कहंदा सी मेरी आज़ादी है, जदों रब ने तेरे तो खो लई तो बाहर सारा कुछ ही ठीक हो गया। इहदा अर्थ की है? इहदा अर्थ है कि तू तस्कर है, तू ही चोर है, तू रब दियां इन्हां बख्शिशां दे विच खुनामी कीती है। असी फिर वापस जाइए, बच्चे का एक सुभाव नहीं हुंदा कि किको गल कहिए जी नहीं जी बच्चा तो जो मंगे माँ प्यो ने देना है। बच्चे का एक होर भी सुभाव है कि जे एक अध चंगी करे दूजी भी विरास। जे बंदे ने 2-4 गल्लां चंगियां भी कीतियां ने तो माड़ियां उस तो वध कर लियां ने इसने।
जे बच्चे ने दो चार गल्लां चंगियां कीतियां ने ते माड़ियां उस तो वध कीतियां ने। जिन्ना कुदरत दा विगाड़ है सारा बंदे ने पैदा किया, रब ने नहीं किया। तुसी कदे सुनिया भी अमेरिका च मीह पिया ते अमेरिका डुब गया? हाँ, समुद्री तूफान आवे ते डुब जाता है, मीह पैण नाल नहीं डुबदा, क्योंकि उत्थे जेडे मैट्रो सिटी ने उन्हां दे विचों भी वो नाले तुरे जाते हैं। उन्होंने कुदरती जेडे स्रोत ने उन्होंने बंद करने की इजाजत नहीं दी, हक नहीं दिता। कुदरती जेड़ी बनस्पति है उन्होंने कट्टण का हक नहीं दिता। सदियां तो जिवें धरती ढल गई है वो उन्होंने उस तरह ही उन्होंने प्रवान कर लिया। मैं बड़े बड़े उत्थे डिवेलप सिटी वेखे ने, तुसी उत्थे जाओ, सारे घर बराबर नहीं है, कोई घर उच्चा है कोई नीवा है। ईवन एक घर की हालत भी ये है कि घर का अगला वेड़ा भी उच्चा नीवा है, पिछला भी उच्चा नीवा है, अपने आप ढाल बनी हुई है। रब नूं मनण दा अर्थ ये सीगा रब दी कुदरत नूं प्यार करना, रब नूं प्यार करना। रब एक है, दो रब नहीं हैगे। जे दो हुंदे तो फिर एक रब दे मनण वालियां दे उत्ते जिहड़ी आपदा आई वो दूजे रब दे मनण वालियां ते नहीं सी आउणी चाहीदी, तीजे वालियां दे तां नेड़े भी नहीं सी जानी चाहीदी। ते जे अज भी आपां उत्थे ही खलोते हैं तो इस तो वड्डा गुनाह पाप मेरा ख्याल कि अजे भी होर कोई नहीं हो सकता। भी अड्ड ते मान लो रब एक ही है। गुरु नानक महाराज के घर में कोई झगड़ा नहीं है, कोई बोले राम राम, कोई खुदाए, कोई सेवे गुसाइया, कोई अलाए, की झगड़ा है? इत्थे धन श्री गुरु ग्रंथ साहब चला भी लिखे है, राम भी लिखे है, कोई फर्क नहीं है। इत्थे लाल, गोपाल, दयाल, हरी, दमोदर सारे ना रब दे गुरबाणी विच लिखे हुए ने। उहदे असंख नाम मन्ने ने गुरु नानक साहब ने। सानू तो 5-7 आउंदे ने, जिन्ने क सानू आउंदे ने वो सारे टिप्स ते गिने जा सकते हैं, पर गुरु नानक साहब कहते हैं नहीं, असंख नाम असंख थाम। उहदे असंखा थां ने, साडे कोल ते 2-4 थावां ने। असी कह देंगे जी हरमंदर साहब च रहिंदा है, कोई कहेगा जी मक्के काबे विच रहिंदा है, कोई कहेगा जी जगन्नाथपुरी विच रहिंदा है। पर गुरबाणी तो नहीं कहती, गुरबाणी तो कहती है कि अल्लाह एक मसीत बस्त है। भगत जी कहते क्यों भाई मुला, अवर मुल्क किस केरा? जे तेरा अल्लाह मसीत विच रहिंदा है ते बाकी संसार नूं कौन चलाउंदा है? ये रब दी एक छोटी जी एक बुझारत है, बंदिया जे तू बुझ लवे तां। मैं अज फिर बेनती करा, ये जीवाणु रब दा पैदा किया होया वो बच्चा है जिहड़ा इन्हां अखां नाल वेखिया नहीं जा सकता। और गुरु की हजूरी विच बैठ के, हालांकि मैं गल्लां सारियां कीतियां जो बाहरों सुनियां ने, पर मैं दावे नाल नहीं कह सकता भी ये बुहान विच जम्मिया है। मैं नहीं कह सकता, की पता कित्थे जम्मिया, ये भी नहीं पता किनू जम्मिया है, ये माँ प्यो का भी नहीं पता। इहदा नाम ही सुन सुना के लोगों ने रखे है। कोई कोविड-19 कही जाता है, कोई इनू करोना कही जाता है, कोई इनू विषाणु कही जाता है, कोई इनू वायरस कही जाता है। लोगों को इसका नाम नहीं पता, ये जमण की थां नहीं पता, ये माँ प्यो का नहीं पता, ना यदी बर्थ ऑफ प्लेस पता है, ना यदी डेट ऑफ बर्थ पता है, कुछ भी नहीं पता। दुनिया ने वक्त पा दिता इन्हें।
ਤੇ ਜੇ ਕਿਤੇ ਰੱਬ ਨੇ ਇਸ ਤੋਂ ਬਾਅਦ ਕੁਝ ਹੋਰ ਵੱਡੀ ਚੀਜ਼ ਘੱਲ ਦਿੱਤੀ ਤਾਂ ਸਾਡਾ ਬਣੇਗਾ ਕੀ? ਪਰ ਇਸ ਤੋਂ ਹੋਰ ਅੱਗੇ ਜਾਈਏ। ਉਹ ਵਕਤ ਜਦੋਂ ਅੱਜ ਮਨੁੱਖ ਆਪਣੀ ਹਜਾਤੀ ਨੂੰ ਖਤਰੇ ਵਿੱਚ ਸਮਝਦਾ ਹੈ, ਪਰ ਦੁੱਖ ਦੀ ਗੱਲ ਹੈ ਵੀ ਅੱਜ ਵੀ ਲੋਕਾਂ ਨੂੰ ਆਪਣੀ ਰਾਜਨੀਤੀ ਖਤਰੇ ਵਿੱਚ ਨਜ਼ਰ ਆਉਂਦੀ ਹੈ। ਅੱਜ ਵੀ ਲੋਕਾਂ ਨੂੰ ਆਪਣਾ ਆਹੰਗ ਜਿਹੜਾ ਹੈ, ਹਉਮੈ ਜਿਹੜੀ, ਉਹ ਖਤਰੇ ਵਿੱਚ ਨਜ਼ਰ ਆਉਂਦੀ ਹੈ। ਮੁਲਕਾਂ ਦੇ ਮੁਲਕ ਲੜੀ ਜਾਂਦੇ ਨੇ, ਦੇਸ਼ਾਂ ਦੇ ਦੇਸ਼ ਲੜੀ ਜਾਂਦੇ ਨੇ, ਲੀਡਰਾਂ ਦੇ ਲੀਡਰ ਲੜੀ ਜਾਂਦੇ ਨੇ। ਪਤਾ ਕਿਸੇ ਨੂੰ ਨਹੀਂ ਹੈ ਕਿ ਕਿਹਦੀ ਡੈੱਡ ਬੋਡੀ ਕਿੰਨੇ ਦਿਨਾਂ ਬਾਅਦ ਤਬੂਤ ਵਿੱਚ ਬੰਦ ਹੋ ਜਾਣੀ ਹੈ, ਕਿਸੇ ਨੂੰ ਨਹੀਂ ਪਤਾ। ਇਹ ਐਸਾ ਮਾਰੂ ਰੋਗ ਹੈ, ਪਰ ਅਸੀਂ ਤੇ ਹੱਦ ਕੀਤੀ ਪਈ ਹੈ। ਔਰ ਉਹਦਾ ਕਾਰਨ ਵੀ ਅੱਜ ਸਤਿਗੁਰੂ ਨੇ ਬਾਣੀ 'ਚ ਲਿਖਿਆ ਹੈ। ਇਸ ਸਾਰੇ ਕੁਝ ਦਾ ਮੂਲ ਕਾਰਨ ਸੰਗਤ ਹੈ ਭਾਈ। ਸਤਿਗੁਰੂ ਨੇ ਦੋ ਹੀ ਗੱਲਾਂ ਕੀਤੀਆਂ ਸੀ ਕਿ ਜੈ ਸਤਿਗੁਰ ਤੈ ਸਤ ਸੰਗਤ ਬਣਾਈ। ਗੁਰੂ ਜੀ ਜਿੱਥੇ ਵੀ ਗਏ ਕੀ ਕੀਤਾ? ਪਹਿਲਾਂ ਸੰਗਤ ਬਣਾਈ ਹੈ। ਸਤਿਗੁਰਾਂ ਨੇ ਪਹਿਲਾਂ ਗੁਰਦੁਆਰੇ ਨਹੀਂ ਬਣਾਏ, ਪਹਿਲਾਂ ਸਰੋਵਰ ਨਹੀਂ ਬਣਾਏ, ਪਹਿਲਾਂ ਬੌਲੀਆਂ ਨਹੀਂ ਬਣਾਈਆਂ, ਪਹਿਲਾਂ ਉਮਤ ਬਣਾਈ ਹੈ। ਫਿਰ ਸਮੇਂ ਸਮੇਂ ਸਾਨੂੰ ਤੀਰਥ ਸਥਾਨ ਵੀ ਬਖਸ਼ੇ ਨੇ, ਫਿਰ ਸਮੇਂ ਸਮੇਂ ਸਾਨੂੰ ਧਰਮ ਕੇਂਦਰ ਵੀ ਬਖਸ਼ੇ ਨੇ। ਫਿਰ ਇੱਕ ਐਸਾ ਸਮਾਂ ਆ ਗਿਆ ਸਾਨੂੰ ਧਰਮ ਗ੍ਰੰਥ ਵੀ ਬਖਸ਼ ਦਿੱਤਾ। ਫਿਰ ਇੱਕ ਐਸਾ ਸਮਾਂ ਆ ਗਿਆ ਜਦੋਂ ਸਾਨੂੰ ਧਰਮ ਦੇ ਚਿੰਨ੍ਹ ਵੀ ਜਿਹੜੇ ਸੀ ਉਹ ਬਖਸ਼ ਦਿੱਤੇ। ਫਿਰ ਇੱਕ ਐਸਾ ਵੀ ਸਮਾਂ ਆ ਗਿਆ ਜਦੋਂ ਖਾਲਸੇ ਦੇ ਅੱਗੇ ਸਤਿਗੁਰੂ ਨੇ ਆਪ ਆਪਣੇ ਗੋਡੇ ਵੀ ਟੇਕੇ, ਆਪਣੇ ਹੱਥਾਂ ਦੀ ਅੰਜਲੀ ਵੀ ਬਣਾਈ, ਆਖਿਆ ਜਿਹੜੀ ਦਾਤ ਤੁਹਾਨੂੰ ਮਿਲੀ ਹੈ ਮੈਨੂੰ ਵੀ ਦਿਓ। ਇਹ ਕੇਸਗੜ੍ਹ ਸਾਹਿਬ ਦਾ ਇਤਿਹਾਸ ਹੈ। ਇਹ ਨਹੀਂ ਇਤਿਹਾਸ ਵੀ ਕੇਸਗੜ੍ਹ ਸਾਹਿਬ ਸਾਡਾ ਵੀ ਡੇਰਾ ਹੈ ਜੀ। ਹੱਦ ਹੋ ਗਈ। ਆਪਾਂ ਕਿੱਧਰ ਨੂੰ ਤੁਰੇ ਹੋਏ ਆ? ਦੁਨੀਆ ਮਰਨ ਤੁਰੀ ਹੋਈ ਹੈ, ਅਸੀਂ ਅਜੇ ਵੀ ਕੈਲਕੂਲੇਟਰ ਚੁੱਕ ਕੇ ਤੁਰੇ ਫਿਰਦੇ ਆ। ਇਹਨੂੰ ਕਹਿੰਦੇ ਸੀ ਅਵਰ ਮਰਤ ਮਾਇਆ ਮਨ ਤੋਲੈ। ਬੰਦੇ ਮਰ ਰਹੇ ਨੇ। ਮੈਨੂੰ ਇੱਕ ਸੱਜਣ ਕਹਿ ਰਿਹਾ ਸੀ ਜੀ ਤੁਸੀਂ ਚੌੜੇ ਗਾਤਰਿਆਂ ਦੀ ਗੱਲ ਕੀਤੀ ਜੀ, ਲੰਬੇ ਕਸ਼ਹਿਰਿਆਂ ਦੀ ਗੱਲ ਕੀਤੀ ਜੀ। ਉਹਨੂੰ ਪੁੱਛੋ ਵੀ ਤੂੰ ਕੱਲਾ ਪਾਉਣਾ? ਮੈਂ ਗੱਲ ਜਮਾਤੀ ਕੀਤੀ ਹੈ, ਮੈਂ ਜਾਤੀ ਨਹੀਂ ਕੀਤੀ। ਮੈਂ ਕਦੇ ਕਿਸੇ ਦੇ ਜਾਤੀ ਵਿਰੋਧ ਮੈਂ ਨਹੀਂ ਬੋਲਦਾ। ਮੈਂ ਉਸ ਹਰ ਧਰਮੀ ਮਨੁੱਖ ਦੇ ਬਾਰੇ ਕਹਿਣਾ ਚਾਹੁੰਦਾ। ਧਰਮੀ ਮਨੁੱਖ ਨੂੰ ਗੁਰੂ ਕਲਗੀਧਰ ਪਿਤਾ ਨੇ ਕਿਹਾ ਸੀ ਖਾਲਸਾ ਅਕਾਲ ਪੁਰਖ ਕੀ ਫੌਜ। ਅੱਜ ਕਿਹੜੇ ਦੁਨੀਆ ਦੀ ਫੌਜ ਹੈ ਜਿਹੜੀ ਅੱਜ ਛੁਪ ਕੇ ਬੈਠੀ ਹੋਵੇ ਭਾਈ? ਜਦੋਂ ਡਾਕਟਰਾਂ ਤੋਂ, ਸਿਵਿਲੀਅਨ ਤੋਂ ਜਦੋਂ ਹਾਲਾਤ ਨਿਕਲਦੇ ਨਜ਼ਰ ਆਏ ਨੇ ਤੇ ਅਮਰੀਕਾ ਨੇ ਵੀ ਆਰਮੀ ਬੁਲਾ ਲਈ ਹੈ। ਤੁਸੀਂ ਅਕਾਲ ਪੁਰਖ ਦੀ ਫੌਜ ਹੋ, ਤੁਸੀਂ ਅਮਰੀਕਾ ਦੀ ਫੌਜ ਨਹੀਂ ਹੋ। ਤੁਸੀਂ ਇੰਡੀਆ ਦੀ ਕਿਸੇ ਮੋਦੀ ਦੀ ਫੌਜ ਨਹੀਂ ਹੋ ਕਿ ਮੋਦੀ ਕਹੇਗਾ ਤੇ ਨਿਕਲੋਗੇ ਤੁਸੀਂ। ਔਰ ਮੈਂ ਇੱਕ ਗੱਲ ਚੰਗੀ ਕਹਿਣੀ ਚਾਹੁੰਦਾ ਕਿ ਅੱਜ ਸੜਦੇ ਬਲਦੇ ਸੰਸਾਰ ਵਿੱਚ ਖਾਲਸਾ ਜਿੰਨੀ ਤੇਰੀ ਉਸਤਤ ਹੈ ਉਨੀ ਕਿਸੇ ਦੀ ਨਹੀਂ ਹੈ। ਪਰ ਮੈਂ ਆਪਣੇ ਆਗੂਆਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ, ਜਦੋਂ ਦੁਨੀਆ ਤੁਹਾਡੀ ਉਸਤਤ ਕਰ ਰਹੀ ਹੋਵੇ ਤੇ ਤੁਸੀਂ 4 ਦਿਨ ਚੁੱਪ ਨਹੀਂ ਕਰ ਸਕਦੇ। ਕਿ ਤੁਹਾਨੂੰ ਆਪਣੀ ਕੌਮ ਦੀ ਸ਼ੋਭਾ ਚੰਗੀ ਨਹੀਂ ਲੱਗਦੀ? ਅਮਰੀਕਾ ਦਾ ਰਾਸ਼ਟਰਪਤੀ ਕਵੇ, ਹਰ ਸਟੇਟ ਦਾ ਮੁੱਖ ਮੰਤਰੀ ਕਵੇ, ਠੀਕ ਹੈ ਕੁਝ ਲੋਕ ਨਹੀਂ ਕਹਿਣਗੇ, ਸਾਨੂੰ ਉਹਨਾਂ ਤੇ ਗਿਲਾ ਨਹੀਂ ਹੋਣਾ ਚਾਹੀਦਾ, ਉਹ ਨਹੀਂ ਕਹਿਣਗੇ। और शायद यो ही कारण है कि जिसके अंतर तात पराई होवे तिसदा कदे ना होवी भला। इसे करके इन्हां दा भला भी नहीं हो रहा। मैं बेनती करा, छड्डो अज अपनी गल नूं,
ਅੱਜ ਤੁਹਾਡੇ ਗੁਰੂ ਦੀ ਗੱਲ ਹੋ ਰਹੀ ਹੈ, ਤੁਹਾਡੀ ਕੌਮ ਦੀ ਗੱਲ ਹੋ ਰਹੀ ਹੈ। ਜਦੋਂ ਦੁਨੀਆ ਤੁਹਾਨੂੰ ਅੱਤਵਾਦੀ ਕਹਿੰਦੀ ਸੀ ਉਦੋਂ ਤੁਸੀਂ ਇਕੱਠੇ ਹੋ ਗਏ। ਅੱਜ ਤੇ ਦੁਨੀਆ ਤੁਹਾਨੂੰ ਦੇਵਤੇ ਕਹਿੰਦੀ ਹੈ। ਅੱਜ ਤੇ ਦੁਨੀਆ ਤੁਹਾਨੂੰ ਰੱਬ ਦੇ ਫਰਿਸ਼ਤੇ ਕਹਿੰਦੀ ਹੈ। ਏਡੀ ਵੱਡੀ ਜਦੋਂ ਗੱਲ ਹੋ ਰਹੀ ਹੋਵੇ ਤੇ ਪੁੱਛਿਆ ਜਾਵੇ ਵੀ ਤੁਹਾਡਾ ਛੋਟਾ ਜਿਹਾ ਕਿਹੜਾ ਮਫਾਦ ਹੈ ਜੇ ਫਸ ਗਿਆ ਭਾਈ, ਕਿ ਤੁਸੀਂ ਹਰ ਰੋਜ਼ ਨਵੀਂ ਤੋਂ ਨਵੀਂ ਕੋਈ ਐਸੀ ਗੱਲ ਕਰ ਲੈਂਦੇ ਹੋ ਕਿ ਜਿਹੜੀ ਇਸ ਕੌਮ ਦੇ ਮਾਣ ਤਾਣ ਨੂੰ ਘਟਾਉਣ ਦਾ ਕਾਰਨ ਬਣ ਸਕਦੀ ਹੋਵੇ। ਇਹਨੂੰ ਸਿਆਣੇ ਕਹਿੰਦੇ ਹੁੰਦੇ ਸੀ, ਪੁੱਤਰ ਜੇ ਤੂੰ ਕੁਝ ਨਹੀਂ ਕਰਨ ਜੋਗਾ ਤੇ 4 ਦਿਨ ਚੁੱਪ ਹੀ ਕਰ ਜਾ, 4 ਦਿਨ ਘਰ ਹੀ ਬਹਿ ਜਾ। ਆਪਾਂ ਨਾ ਕਰੀਏ। ਮੈਂ ਤਾਂ ਰੋਜ਼ ਬੇਨਤੀ ਕਰਦਾ ਕਿ ਮਨੁੱਖੀ ਚੇਨ ਬਣਾ ਲਓ। ਅੱਜ ਸਾਨੂੰ ਕਹਿ ਦੇਣਾ ਚਾਹੀਦਾ ਹੈ। ਗੱਲਾਂ ਕਰਦੇ ਹਾਂ ਅਸੀਂ ਆਪਣੇ ਪੁਰਖਿਆਂ ਦੀਆਂ 18ਵੀਂ ਸਦੀ ਦੀਆਂ। ਹਰ ਦੀਵਾਲੀ ਹਰ ਵਿਸਾਖੀ ਤੇ ਖਾਲਸਾ ਸ਼੍ਰੀ ਅੰਮ੍ਰਿਤਸਰ ਸਾਹਿਬ ਇਕੱਠਾ ਹੁੰਦਾ ਸੀ। ਸਾਲ 'ਚ 2 ਵਾਰੀ ਆਪਸ ਵਿੱਚ ਕਿਹੋ ਜਿਹੇ ਵੈਰ ਸੀ। ਆ ਤੁਹਾਡੇ ਵਾਲੇ ਨਹੀਂ ਸੀ ਵੀ ਵਕੀਲ ਦਾ ਨੋਟਿਸ ਭੇਜ ਦਿਓ ਜੀ, ਹੱਤਕ ਦਾ ਦਾਵਾ ਕਰ ਦਿਓ ਜੀ, ਅਗਲੇ ਨੂੰ ਕਹੋ ਜੀ ਤੂੰ ਮਾਫੀ ਮੰਗ ਜੀ। ਉਹ ਤਾਂ ਸਿਰ ਲਾ ਕੇ ਫੈਸਲਾ ਕਰਦੇ ਹੁੰਦੇ ਸੀ। ਜਦੋਂ ਮਿਸਲਾਂ ਸਨ, ਜਦੋਂ 60 ਸਿੱਖਾਂ ਦੇ ਟੋਲੇ ਸਨ, ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ, ਜਦੋਂ ਸਿੱਖ ਜੰਗਲਾਂ ਵਿੱਚ ਰਹਿੰਦੇ ਸੀ। ਸ਼ਾਇਦ ਸਾਨੂੰ ਨਹੀਂ ਪਤਾ, ਕਈ ਦਹਾਕੇ ਤੁਹਾਡੇ ਪੁਰਖਿਆਂ ਨੇ ਥਾਲੀ ਵਿੱਚ ਰੋਟੀ ਨਹੀਂ ਖਾਧੀ, ਬਾਟੀ ਵਿੱਚ ਪਾ ਕੇ ਦਾਲ ਨਹੀਂ ਖਾਧੀ, ਉਹਨਾਂ ਨੇ ਗਲਾਸ ਵਿੱਚ ਪਾ ਕੇ ਪਾਣੀ ਨਹੀਂ ਪੀਤਾ, ਓਕ ਨਾਲ ਪਾਣੀ ਪੀ ਲਿਆ ਤੇ ਹੱਥ ਤੇ ਰੋਟੀ ਰੱਖ ਕੇ ਉੱਤੇ ਭਾਜੀ ਰੱਖ ਕੇ ਭੁੱਖ ਮਿਟਾ ਲਈ ਆਪਣੀ। ਤੁਸੀਂ ਕਿੱਧਰ ਤੁਰ ਪਏ ਹੋ ਭਾਈ? ਔਰ ਉਹਦਾ ਕਾਰਨ ਅੱਜ ਲਿਖਿਆ ਬਾਣੀ ਦੇ ਵਿੱਚ। ਬੇਸ਼ੱਕ ਇਹ ਸ਼ਬਦ 2 ਦਿਨ ਮੈਨੂੰ ਕਰਨਾ ਪਿਆ, ਮੈਂ ਇਸ ਨੂੰ ਲੰਬਾ ਕਰਾਂਗਾ। ਇਹਦੇ 'ਚ ਲਿਖਿਆ ਹੈ, ਜਿੱਥੇ ਮੰਗਲਾਚਰਨ ਦੇ ਵਿੱਚ ਹੈ ਸਤਿਗੁਰ ਪ੍ਰਸਾਦ, ਰੱਬ ਇੱਕ ਹੈ, ਰੱਬ ਇੱਕ ਥਾਂ ਤੇ ਨਹੀਂ ਹੈ, ਮਿਲੇਗਾ ਗੁਰੂ ਦੀ ਕਿਰਪਾ ਨਾਲ। ਸ਼ਬਦ ਹੈ ਮਿਲਤ ਪਿਆਰੋ ਪ੍ਰਾਣਨਾਥ ਕਵਣ ਭਗਤ ਤੇ। ਕੋਈ ਦੁਨੀਆ ਦੀ ਭਗਤੀ ਨਹੀਂ ਜਿੱਥੋਂ ਰੱਬ ਮਿਲ ਸਕਦਾ ਹੈ। ਸਾਧ ਸੰਗਤ ਪਾਈ ਪਰਮ ਗਤੇ। ਇੱਕੋ ਹੀ ਥਾਂ ਹੈ, ਉਹ ਸੰਗਤ ਹੈ। ਇੱਕ ਦਿਨ ਇਹ ਗੱਲ 1984 ਤੋਂ ਪਹਿਲਾਂ ਦੀ ਹੈ। ਕੋਈ ਮੇਰੇ ਵਰਗਾ ਮਤਲਬੀ, ਕੋਈ ਮੇਰੇ ਵਰਗਾ ਗਰਜੀ, ਕੋਈ ਮੇਰੇ ਵਰਗਾ ਆਪਣੀ ਕੋਈ ਲੋੜ ਪੂਰੀ ਕਰਨ ਵਾਲਾ ਸਵੇਰੇ 5 ਵਜੇ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਿਆ, ਦਰਬਾਰ ਸਾਹਿਬ ਨਹੀਂ ਗਿਆ। ਉਹ ਨਾਨਕ ਨਿਵਾਸ ਪਹੁੰਚ ਗਿਆ। ਪ੍ਰਧਾਨ ਜੀ ਕਿੱਥੇ ਨੇ? ਮੈਂ ਨਾਂ ਨਹੀਂ ਲਵਾਂਗਾ। ਜਿਹੜਾ ਉੱਥੇ ਕੋਈ ਕਮਰੇ ਦਾ ਸੇਵਾਦਾਰ ਹੋਏਗਾ ਉਹਨੇ ਕਹਿ ਜੀ ਉਹ ਦਰਬਾਰ ਸਾਹਿਬ ਗਏ ਨੇ। ਉਹ ਵੀ ਦਰਬਾਰ ਸਾਹਿਬ ਚਲਾ ਗਿਆ, ਫਿਰ ਆ ਗਿਆ ਵਾਪਸ, ਕਹਿੰਦਾ ਜੀ ਉੱਥੇ ਤੇ ਹੈ ਨਹੀਂ। ਉਹ ਕਹਿੰਦਾ ਭਾਈ ਉੱਥੇ ਹੀ ਨੇ। ਕਦੋਂ ਆਉਣਗੇ? ਕਹਿਣ ਲੱਗਾ ਜਦੋਂ ਆਸਾ ਦੀ ਵਾਰ ਦਾ ਭੋਗ ਪਵੇਗਾ। ਤੁਸੀਂ ਅੱਜ ਦੇ ਬੰਦਿਆਂ ਨੂੰ ਗੁਰਪੁਰਬ ਤੇ ਵੀ ਆਸਾ ਦੀ ਵਾਰ ਵਿੱਚ ਨਹੀਂ ਵੇਖੋਗੇ। ਤੇ ਲੜਾਈ ਇਦਾਂ ਲੜਦੇ ਨੇ ਵੀ ਜਿੱਦਾਂ ਕੌਮ ਇਹਨਾਂ ਦੇ ਤਰਸ ਤੇ ਜਿਉਂਦੀ ਹੋਵੇ। ਉਹ ਫਿਰ ਭੱਜ ਕੇ ਗਿਆ, ਕਹਿੰਦਾ ਨਹੀਂ ਉਦੋਂ ਤੱਕ ਤੇ ਕੰਮ ਵਿਗੜ ਜਾਏਗਾ। ਅਖੀਰ ਉਹਨੂੰ ਪਤਾ ਲੱਗਾ ਵੀ ਉਹ ਪਰਕਰਮਾਂ ਦੇ ਵਿੱਚ ਇੱਕ ਕੱਪੜਾ ਓੜ ਕੇ ਆਪਣੇ ਸਿਰ ਤੇ ਉੱਥੇ ਚੌਂਕੜੀ ਮਾਰ ਕੇ ਬੈਠੇ ਸੀ। ਜੇ ਪੁੱਛਿਆ ਕਿ ਸੰਤ ਜੀ
मैं तो सवेर का कमला हो गया 5 वजे का। वो कहता भाई इसे करके मैं परिक्रमा च बह जाना कपड़ा लैके भी लोगों ने किते कीर्तन भी नहीं सुन देना। ये गर्जा मारिया संसार है। ये गल सानू भाई निर्मल सिंह होरां दे इस घटनाक्रम तो समझ लैनी चाहिए है कि जिन्हां लोगों के कीर्तन दरबार नहीं सी सजदे उहदे बिना सवेरे 4:30 वजे उन्हां दी मौत हुंदी है। किसी ने शाम के 7 वजे तक ये नहीं पूछया कि भाई साहब जी का संस्कार कित्थे है तो किन्ने वजे है। अज जिन्हें मर्जी वैन पाओ तुसी, पूछया किसी ने? तुहानू पता लगे तो मैनू जरूर दस्सिओ। DC नू पुछया होवे, SSP नू पुछया होवे, उहदे बेटे नू पुछया होवे, उहदी घरवाली नू पुछया होवे कि साडे घरां च कदे मरिया नहीं कोई? जदों पता लगे भी कोई साडा सखा मित्र कोई मर गया है तो कि आप दूजा फोन उड़ीकते हैं भी उन्होंने घरों फोन आएगा जी घरों चलन लगे असी घोड़ी चढ़न लगा है मुंडा। असी आप खुद पूछते हैं भाजी इशनान किन्ने बजे कराना है, घरों किन्ने बजे चलोगे, कि राह विच किसी गुरुद्वारे मत्था भी टिकाउणा है। ये भी साडी एक आस्था है कि असी डैड बॉडी अंदर लैके नहीं जाते, पर गुरुद्वारा साहब के बाहर दरवाजे ते एक बारी गड्डी तो उतार के उत्थे असी अरदास जरूर करते। जिन्हें सारी उम्र मत्था टेकिया है जांदी वारी क्यों ना टकाईए जी। फिर पूछया जाता है भी किन्ने बजे किहड़े शमशान घाट में संस्कार है जी, पूछया किसी ने? मेरी गल बहुत कौड़ी होएगी। लंबे लंबे वैन पाउण वाले हो किसी ने नहीं पूछया। वड्डे वड्डे दावे रखने वाले हो ध्यान रखना, ये दुनिया का दस्तूर ही ये है, ये सच ही ये है। मैं तो मंजी साहब भी बेनती की सी कदे हस्यो सारी दुनिया तुहाडे नाल हसेगी, कदे रोयो एक बंदा तुहाडे नाल नहीं रोएगा, तुहाडी मां भी नहीं रोएगी, तुहाडी पत्नी भी नहीं रोएगी, तुहाडा पति भी नहीं रोएगा, तुहाडा पुत्र भी नहीं रोएगा। तुसी रोवोगे ना तो कोई विरला विरला बंदा तुहाडे मोढे ते हथ रख के कहेगा ना भाई साहब ना रोवो। पुछो भी हुण नाल क्यों नहीं रोंदे? हसदे ते सारे सी मेरे नाल, तुसी रोना तुहाडे कल्लियां दा है। हासा साझा हो सकता है, सुख साझे हो सकते ने, दुख किसी का साझा नहीं जे, ये कल्लियां नूं भोगना पैना है। आप क्यों भुलेखे च पै गए भी असी तकदीर लिखनी है? तुसी नहीं लिखनी तकदीर, अज गुरु नानक आप लिखा रहे है, दुनिया तुहाडी शोभा कर रही है। लोग कहते ने तुसी फरिश्ते हो, असी कहने नहीं 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 नहीं, असी फरिश्ते किवें हो सकते हैं? असीं तुहानूं दसदे असीं कौन आ। इस भुलेखे विच उलझण वाले हो, भाई निर्मल सिंह के घटनाक्रम तो सबक लै लो। अज भी सवेरे मेरी सिंगणी ने उन्होंने शब्द लाया तो मेरी हालत ऐसी कि मैं रो ही ना पावा। दोष कढ़ण दा की, जिन्ने मर्जी कढ़ी जाओ। कोई कहता जी उन्हें की कीता जी, उन्हें तो अपना परिवार ही सैट किया जी। वो इन्नी गल कहण वालिया तेरे तो परिवार भी नहीं सैट होया होना। तू शुक्र कर तेरे कीर्तनीय ने मैं तो भी दिन वेखे ने। जो मेरा विआह होया सी ना, मैं अपनी गल सुनाउणा जी, मैनू अपने पिता की 10 किले जमीन हिस्से की ना आउंदी ते अज तो 40 साल पहला मेरा भी विआह नहीं सी होना। कौन भाई नाल कुड़ी कौन विआहुंदा सीगा? कौन रागियां भाइयां नूं धीआं दिंदा सी? कोई मरने परने कराउंदे ने लोग, साडे कोलों रिश्तेदारी नहीं करते। ये तो गुरु नानक ने किरपा की कि जदों असी भी अमरीका वाले हो गए, असी भी कनेडा वाले हो गए, जदों असी भी कोठियां कारां वाले हो गए, तो फिर सहुरियां दे न्याणियां ने भी पुछना शुरू कर दिता, फुफड़ जी असी भी अमरीका चले जावांगे। ये तो गुरु नानक की कला वरती है।
साडे पुरखे भाई मुनसा सिंह होरी मिट्टी दे तवे ते रोटियां पका पका के खांदे रहे। जी एडे वड्डे गुरु के कीर्तनीय नूं जिहड़ा पद्म श्री होया, मैनू लगदा सिखा च फस्ट लास्ट इको ही होएगा। मैं कीता सी पता, मुड़ के क्यों नहीं मिलिया? वो कहते सारे ही भज पे। कईयां ने जाके कहता भी निर्मल सो साडे तो वड्डा है, वो तो साडे तो छोटा है जी, इनू क्यों देता तुसी? नहीं तो हर साल मिल जाया करना सी। मैं खुद अज वो दोनों व्यक्ति जिउंदे ने, भाई गुरमेल सिंह साबका हजूरी रागी श्री दरबार साहब, अज भी न्यूयॉर्क विच हैगे ने, तो गुलाम अली साहब भी हैगे ने। मैं उदों न्यूयॉर्क विच बाबा मक्खण शाह लबाणे सेवा करदा सी, मैनूं पता लग्या कि वो आए ने गुलाम अली साहब। तो मैं प्रबंधकां नूं कहा, उत्थे ना सिख ने सरदार रघुवीर सिंह होरी, उन्हां दा रॉयल पैलेस रेस्टोरेंट है, भी उन्होंने उन्होंने खाने ते बुलाया है। मैं कहा जी मैं भी जाना, मैं मिलना उन्होंने। मैं चला गया, मैं पहला गया, मेरी कोई वाकफियत नहीं सी, ठीक है, दो हाथ जोड़े, उन्होंने भी जोड़ते, मैं नहीं, उन्होंने बोलिया नहीं, मैं ना मेरी पछाण नहीं सी। पर इन्हें नूं भाई गुरमेल सिंह होरी आ गए। गुलाम अली साहब ने गोडी हथ लाया उन्होंने, मेरी अखां दे सामने। दुनिया दे संगीतकार कहन कि गुरमत संगीत तो उपर कुछ नहीं है, ये सच है, ये हकीकत है। और कई ने जाके कह दिता जी इनू की आउंदा है जी, वो डॉक्टर मनमोहन सिंह होरां ने कहा इनू बंद करो, इनू ये तो नवा काम शुरू करके बह गए। लोग सानू देवते कहते हैं। अज भी जेड़ा व्यक्ति हरमंदिर साहब 4 पौड़ियां उतर जाए ना, किसी दरवाजे तो, भावें वो लाइब्रेरी वाला पासा होवे, भावें वो घंटा घर वाला पासा होवे, भावें वो लंगर हाल वाला पासा होवे, आप मुहारे उहदे मूँह तो गुरु दी जां पंक्ति निकल आउंदी जां पंक्ति दा भाव निकल आउंदा है, वाओ, तो जां फिर पंक्ति निकल आउंदी है कि डिठा है सब है थाव नहीं तुद जिहा, इहो जी थां किते नहीं वेखी। एडा वड्डा गुरु का कीर्तनिया, सवाल ही नहीं कि अगों गुरु के महान कीर्तनीय नहीं होणगे, होणगे। पर भाई गोपाल सिंह मुड़ के नहीं आया, भाई मुनसा सिंह ने मुड़ के नहीं जमना, भाई निर्मल सिंह वर्गा दोबारा नहीं आएगा। हाँ आएगा तो कोई होर आएगा। कोई एडी गरीबी च उठ के आएगा, कोई आके कहेगा कि एक दिन वो भी सी कि मैनू अपनी मां की मुंदरी वेचनी पई सी। देखो जिन्हें गरीबी वेखी नहीं उन्होंने की पता है गरीबी की होंदी है, जिन्हें दुख वेख्या नहीं उन्होंने की पता है दुख की है। भाई साहब ने जिंदगी के सारे ता वेखे सन, अखीर समझ आई भाई साहब नूं किन्ने चुकिया, गुरु की संगत ने। भाई साहब लीडरां दे लीडर नहीं सन, वो तो संगत दे प्यार दे नवाजे हुए सन। उन्होंने असीस फीड सब संगत दिंदी सी। साडे लोकां दा आधार संगत है, रोटी रोजी कपड़ा हर चीज सानू संगत तो मिलती है। तो सच्चे पातशाह महाराज
ਦੀ ਇਸ ਵਕਤ ਦੀ ਇਸ ਵਡਿਆਈ ਨੂੰ ਸਮਝਣ ਦੀ ਲੋੜ ਹੈ। ਲੋਕ ਹਜ਼ਾਤੀ ਦੀ ਲੜਾਈ ਲੜ ਰਹੇ ਨੇ। ਅੱਜ ਮੈਂ ਨਹੀਂ ਸੁਣਿਆ ਕਿ ਕੋਈ ਵਪਾਰ ਦੀ ਲੜਾਈ ਲੜ ਰਿਹਾ, ਕੋਈ ਬਿਜ਼ਨਸ ਦੀ ਲੜਾਈ ਲੜ ਰਿਹਾ। ਕੋਈ ਵਿਅਕਤੀ ਕਾਰੋਬਾਰ ਦੇ ਬਾਰੇ ਚਿੰਤਾ ਨਹੀਂ ਕਰ ਰਿਹਾ। ਆਪਾਂ ਇੱਕ ਦੂਜੇ ਨੂੰ ਕੋਈ ਗੱਲ ਪੁੱਛਦੇ ਆ, ਘਰੇ ਹੋ? ਘਰੇ ਰਿਹਾ ਜੀ। ਨਹੀਂ ਤੇ ਇੱਕ ਵਕਤ ਸੀ ਪਿਓ ਵੀ ਪੁੱਛਦਾ ਸੀ ਪੁੱਤਰ ਨੂੰ, ਕਿੱਥੇ ਹੈ? ਕਹਿੰਦਾ ਘਰੇ ਹੈ। ਕਹਿੰਦਾ ਇੱਥੇ ਮਰੀ, ਬਾਹਰ ਨਾ ਨਿਕਲੀ, ਖੱਟੀ ਕਮਾਵੀ ਨਾ। ਜਿੱਦਣ ਮੈਂ ਅੱਖਾਂ ਮੀਟ ਗਿਆ ਤੈਨੂੰ ਉਦੋਂ ਸਮਝ ਆਏਗੀ। ਪਰ ਅੱਜ ਹੱਥ ਜੋੜਦੇ ਅਸੀਂ ਆਪਣੇ ਭੈਣਾਂ ਭਰਾਵਾਂ ਰਿਸ਼ਤੇਦਾਰਾਂ ਨੂੰ, ਖੁਸ਼ੀ ਮਹਿਸੂਸ ਕਰਦੇ ਆ। ਘਰੇ ਹੋ? ਬਹੁਤ ਅੱਛਾ ਹੈ, ਘਰੇ ਰਿਹਾ ਜੀ, ਥੋੜੀ ਖਾ ਲਿਆ ਜੀ। ਹੁਣ ਸਾਨੂੰ ਗੱਲ ਜਾ ਕੇ ਸਮਝ ਆਈ ਹੈ। ਉਹ ਬੱਸਾਂ 'ਚ ਨਾ ਮਨਾਖੇ ਪੈਸੇ ਮੰਗਣ ਆਉਂਦੇ, ਉਹ ਕਹਿੰਦੇ ਹੁੰਦੇ ਸੀ ਅੱਖਾਂ ਵਾਲਿਓ ਅੱਖਾਂ ਬੜੀ ਨਿਆਮਤ ਹੈ। ਹੁਣ ਸਾਨੂੰ ਸਮਝ ਆਉਣ ਲੱਗੀ ਹੈ ਵੀ ਜ਼ਿੰਦਗੀ ਬੜੀ ਨਿਆਮਤ ਹੈ। ਨਹੀਂ ਤਾਂ ਆਪਾਂ ਐਵੇਂ ਹੀ ਕਹੀ ਰੱਬ ਨੇ ਕੀ ਦਿੱਤਾ ਹੈ ਜੀ। ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੀਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ। ਉਹ ਦੁਨੀਆ ਦੀਆਂ ਗੱਡੀਆਂ ਪੈਟਰੋਲ ਨਾਲ ਚੱਲਦੀਆਂ ਨੇ, ਬਿਜਲੀ ਨਾਲ ਚੱਲਦੀਆਂ ਨੇ, ਈਂਧਨ ਨਾਲ ਚੱਲਦੀਆਂ ਨੇ। ਤੇਰਾ ਗੱਡਾ ਤੇ ਹਵਾ ਨਾਲ ਹੀ ਚੱਲਦਾ ਸੀ, ਉਹ ਵੀ ਫ੍ਰੀ ਸੀ। ਉਹ ਤੇ ਜਦੋਂ ਆਕਸੀਜਨ ਦਾ ਸਿਲੰਡਰ ਲੱਗਾ ਫਿਰ ਪਤਾ ਲੱਗਣਾ ਹੈ ਵੀ ਇੱਕ ਸਾਕ ਦੀ ਕਿੰਨੀ ਕੀਮਤ। ਸਿਲੰਡਰ ਦੀ ਕੀਮਤ ਲੈ ਲਓ ਤੇ ਕਿੰਨੇ ਘੰਟੇ ਚੱਲਦਾ, ਉਹ ਤੋਂ ਮਿੰਟ ਕੱਢ ਲਓ, ਸਮਝ ਆ ਜਾਏਗੀ ਕਿ ਰੱਬ ਨੇ 80-90 ਸਾਲ ਤੈਨੂੰ ਫ੍ਰੀ ਹਵਾ ਦਿੱਤੀ ਭਾਈ। ਇਹ ਗੱਲਾਂ ਕਿੱਥੇ ਬੈਠ ਕੇ ਵਿਚਾਰਾਂਗੇ ਆਪਾਂ? ਇਹਦੇ ਵਾਸਤੇ ਇੱਕੋ ਥਾਂ ਉਹ ਸੰਗਤ ਹੈ। ਉਹ ਸੰਗਤ ਜਿਹਦੇ ਸੰਗਤ ਦੇ ਅੱਜ ਸਾਡਾ ਕੋਈ ਆਗੂ ਨੇੜੇ ਨਹੀਂ ਲੱਗਦਾ। ਮੈਂ ਇਸ ਕਥਾ ਦਾ ਜਿਹੜਾ ਆਧਾਰ ਮੇਰੇ ਮਨ ਨੂੰ ਸਮਝ ਆਇਆ, ਮੈਂ ਹੁਣ ਫਿਰ ਬੇਨਤੀ ਕਰਦੇ ਹਾਂ। ਗੁਰੂ ਰਾਮਦਾਸ ਦਾ ਇੱਕ ਸ਼ਬਦ ਹੈ ਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇਂ ਮੇਰੇ ਮਨਾ, ਜਪ ਮਨ ਸਤਨਾਮ ਸਦਾ ਸਤਨਾਮ। ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਰੰਜਣਾ। ਜੈ ਹਰ ਸਿਮਰਨ ਭਇਆ ਤਹਿ ਉਪਾਦਗਤ ਕੀਨੀ, ਵੱਡ ਭਾਗੀ ਹਰ ਜਪਣਾ। ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ। ਜਿੱਥੇ ਸਿਮਰਨ ਹੈ ਉੱਥੇ ਝਗੜਾ ਨਹੀਂ ਹੈ। ਬਸ ਇਹ ਸਮਝ ਲੈਣਾ ਵੀ ਜਿਹੜੇ ਝਗੜੇ ਵਿੱਚ ਪੈ ਗਏ, ਇਦਾਂ ਲੱਗਦਾ ਵੀ ਉਹ ਸਿਮਰਨ ਤੋਂ ਰਹਿ ਗਏ। ਜੇ ਕਿਤੇ ਸਿਮਰਨ ਕੀਤਾ ਹੁੰਦਾ ਤੇ ਜਦੋਂ ਕੋਈ ਮਨੁੱਖ ਨਿੰਦਿਆ ਕਰਦਾ, ਕੋਈ ਮਨੁੱਖ ਮਾੜਾ ਕਹਿੰਦਾ, ਆ ਕੇ ਰੋ ਪੈਂਦੇ ਗੁਰੂ ਕੋਲੇ, ਸੱਚੇ ਪਾਤਸ਼ਾਹ ਮੈਂ ਗਰੀਬ ਆ, ਮੈਂ ਇੰਨਾ ਨਹੀਂ, ਮੈਂ ਇੰਨਾ ਸਖਤ ਨਹੀਂ ਆ, ਮੈਂ ਇੰਨੇ ਜੋਗਾ ਨਹੀਂ ਆ ਕਿ ਇੰਨਾ ਕੁਝ ਮੈਂ ਝੋਲੀ ਚ ਪਵਾ ਲਵਾਂ। ਉਹ ਗੁਰੂ ਸਨ ਜਿਹੜੇ ਤੱਤੀ ਤਵੀ ਤੇ ਵੀ ਬੈਠ ਗਏ ਤੇ ਫਿਰ ਕਹਿ ਦਿੱਤਾ ਤੇਰਾ ਕੀਆ ਮੀਠਾ ਲੱਗੇ, ਮੈਂ ਸੰਸਾਰੀ ਆ, ਮੇਰੇ ਵਿੱਚ ਇੰਨੀ ਜਰਨ ਸ਼ਕਤੀ ਨਹੀਂ ਹੈ, ਮੇਰੇ ਵਿੱਚ ਇੰਨੀ ਹਿੰਮਤ ਨਹੀਂ ਕਿ ਕੋਈ ਮੈਨੂੰ ਮੇਰੇ ਮੂੰਹ ਤੇ ਆ ਕੇ ਕੋਈ ਜਾਨਵਰਾਂ ਦੇ ਨਾਂ ਲੈ ਲੈ ਕੇ ਮੈਨੂੰ ਬੋਲ ਜਾਵੇ। ਜਾਂ ਤੇ ਮੈਨੂੰ ਸ਼ਕਤੀ ਦੇ, ਮੈਨੂੰ ਹਿੰਮਤ ਦੇ ਕਿ ਕੋਈ ਭਲਾ ਕਹੋ ਕੋਈ ਬੁਰਾ ਕਹੋ, ਤੇ ਜਾਂ ਸੱਚੇ ਪਾਤਸ਼ਾਹ ਇਹਨਾਂ ਨੂੰ ਸਮੱਤ ਬਖਸ਼, ਤੇ ਜਾਂ ਮੈਨੂੰ ਕੋਈ ਰਸਤਾ ਦੇ। ਸਤਿਗੁਰੂ ਕਹਿੰਦੇ ਉਹ ਵੀ ਹੈਗਾ ਭਾਈ ਕਿ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਸ਼ੰਦਾ। ਉਹਦੇ ਵਿੱਚ ਆਉਂਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਮੈਂ ਮੰਗੇ ਮੰਦ। ਅੱਜ ਸਮਾਂ ਸਮਾਪਤ ਹੈ। ਸਤਿਗੁਰੂ ਕਿਰਪਾ ਕਰਨ ਅਗਲੀ ਵਿਚਾਰ ਇਸੇ ਪਾਵਨ ਸ਼ਬਦ ਦੀ ਆਪਾਂ ਕੱਲ ਸਰਵਣ ਕਰੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।